ਕੋਈ ਨਾ ਰਹਿਆ। ਖਰੇ ਭਏ ਸ੍ਰੀ ਅਮਰ ਸਥਾਨ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉਸੇ ਸਥਾਨ ਤੇ ਖੜੇ ਹੋਏ ਹਨ। ਕੀਨ ਬਿਲੋਕਨ ਚਾਰ ਮਹਾਨ। ਤੇ ਬੜਾ ਵੇਖਿਆ ਮਹਾਰਾਜ ਨੇ ਵੀ ਬਹੁਤ ਸੁੰਦਰ ਜਗ੍ਹਾ ਹੈ ਜਿਹੜੀ ਇਹ ਗੋਇੰਦਵਾਲ ਦੀ ਹੈ। ਨਿਕਟ ਵਿਪਾਸਾ ਬਹੇ ਪ੍ਰਵਾਹੂ। ਇੱਕ ਪਾਸੇ ਖਾਲਸਾ ਜੀ ਸੁੰਦਰ ਬਿਆਸ ਦਾ ਦਰਿਆ ਵਹਿੰਦਾ ਹੈ। ਜੁਗਤ ਤਰੰਗ ਬਿਮਲ ਜਲ ਮਾਹੂ। ਬੜਾ ਸੁੰਦਰ ਜਲ ਜੀ ਦਾ ਪਵਿੱਤਰ ਹੈ। ਐਨ ਜਿਹੜਾ ਚਿੱਟਾ ਸ਼ੀਸ਼ੇ ਵਰਗਾ ਜਲ ਹੈ ਤੇ ਤਰੰਗਾਂ ਦੇ ਸਹਿਤ ਬੜਾ ਬਿਆਸ ਦਰਿਆ ਵਹਿੰਦਾ ਇੱਕ ਪਾਸੇ। ਚੱਕਰਵਾਕ ਤੇ ਆਦ ਬਿਹੰਗਾ। ਹੋਰ ਜਿਹੜੇ ਚਕਵੇਂ ਤੋਂ ਆਦਿਕ ਜਿੰਨੇ ਪੰਛੀ ਸੁੰਦਰ ਪੰਛੀ ਹੁੰਦੇ ਐ। ਬਾਹ ਸ਼ਬਦਾਏ ਮਾਣ ਜਿਮ ਗੰਗਾ। ਤੇ ਐਵਾਂ ਜਿਵੇਂ ਮਾਨ ਸਰੋਵਰ ਤੇ ਹੰਸ ਕਰਦੇ ਆ ਉਵੇਂ ਇਹ ਬੜੇ ਟਹਿਲ ਬਹਿਲ ਹੋ ਰਹੀ। ਬੜਾ ਸੁੰਦਰ ਸਥਾਨ ਹੈ। ਠੰਡੇ ਥਾਵਾਂ ਤੇ ਰਹਿਣ ਵਾਲੇ ਜਿੰਨੇ ਪੰਛੀ ਆ ਉਹ ਸਾਰੇ ਹੀ ਇੱਥੇ ਰਹਿੰਦੇ ਹਨ। ਸੁੰਦਰ ਪੁਲਨ ਸਥਾਨ ਜਿਸੀ ਕੇ। ਤੇ ਬੜੇ ਸੁੰਦਰ ਇਹ ਜਿਹੜਾ ਸਥਾਨ ਬਣਿਆ ਹੋਇਆ ਹੈ ਇਹ ਮਹਾਰਾਜ ਨੇ ਵੇਖਿਆ ਚਾਰੇ ਪਾਸੇ। ਤੇ ਨਦੀ ਦਾ ਕਿਨਾਰਾ ਵੀ ਬਹੁਤ ਸ਼੍ਰੇਸ਼ਟ ਸੁੰਦਰ ਬਣਿਆ ਹੈ। ਸਿਕਤਾ ਮ੍ਰਿਦ ਜੁਗ ਤੀਰਥ ਸੀਕੇ। ਤੇ ਬੜੇ ਇਸੇ ਪ੍ਰਕਾਰ ਕੋਮਲ ਜਿਹੜਾ ਇਹਦਾ ਸ਼੍ਰੇਸ਼ਟ ਹਵਾ ਵਗਦੀ ਜਿੱਥੇ ਤੇ ਯੁਗ ਤੀਰ ਦੋਵੇਂ ਕਿਨਾਰੇ ਆ। ਉਹ ਕਸ਼ਤੀਆਂ ਦੋ ਪਾਸੇ ਲੱਗਦੀਆਂ। ਇਧਰੋਂ ਲਾਹੌਰ ਨੂੰ ਜਾਂਦੇ ਆ ਤੇ ਦੂਜੇ ਪਾਸਿਓਂ ਦਿੱਲੀ ਨੂੰ। ਦੋ ਪਾਸੇ ਕਿਨਾਰਿਆਂ ਤੇ ਕਿਸ਼ਤੀਆਂ ਲੱਗਦੀਆਂ ਹਨ। ਘਾਟ ਬਣੇ ਹੋਏ ਹਨ। ਲਵਪੁਰ ਆਦ ਗਮਨ ਤਹ ਰਾਹੂ। ਜੇ ਕੋਈ ਲਾਹੌਰ ਨੂੰ ਜਾਣਾ ਚਾਹੁੰਦਾ ਹੈ ਇੱਥੋਂ ਹੀ ਲਾਹੌਰ ਨੂੰ ਜਾਇਆ ਜਾਂਦਾ ਹੈ। ਇਤ ਦਿੱਲੀ ਪਹੁੰਚਤ ਸੇ ਜਾਹੂ। ਤੇ ਇੱਥੋਂ ਹੀ ਦਿੱਲੀ ਨੂੰ ਜਾਇਆ ਜਾਂਦਾ ਹੈ। ਭਾਵ ਕਿ ਸਾਧ ਸੰਗਤ ਜਿਹੜਾ ਲਾਹੌਰੋਂ ਦਿੱਲੀ ਰਸਤਾ ਜਾਂਦਾ ਸੀ ਗੋਇੰਦਵਾਲ ਸਾਹਿਬ ਉਹਦੇ ਵਿੱਚ ਆਉਂਦਾ ਸੀ। ਇੱਥੇ ਚਾਹੇ ਗੋਇੰਦਵਾਲ ਸਾਹਿਬ ਨਹੀਂ ਵਸਿਆ ਸੀ ਅਜੇ। ਇਸੇ ਹੀ ਬਿਆਸ ਦਰਿਆ ਦੇ ਦੋ ਪਾਸੇ ਘਾਟ ਬਣੇ ਸੀ ਜਿੱਥੇ ਕਿਸ਼ਤੀਆਂ ਆ ਕੇ ਲੱਗਦੀਆਂ ਸੀ। ਲਾਹੌਰੋਂ ਜਿਹੜੇ ਦਿੱਲੀ ਜਾਂਦੇ ਸੀ ਉਹ ਇੱਥੋਂ ਗੋਇੰਦਵਾਲ ਦੇ ਉਰਲੇ ਕਿਨਾਰੇ ਤੋਂ ਫਿਰ ਕਿਸ਼ਤੀ ਫੜਦੇ ਸੀ ਪਾਰ ਹੋ ਕੇ ਦਿੱਲੀ ਜਾਂਦੇ ਸੀ। ਜਿਹੜੇ ਦਿੱਲੀੋਂ ਲਾਹੌਰ ਆਉਂਦੇ ਸੀ ਉਧਰੋਂ ਕਿਸ਼ਤੀ ਫੜ ਕੇ ਤੇ ਇਧਰਲੇ ਪਾਰ ਆ ਕੇ ਇੱਥੋਂ ਫਿਰ ਅੱਗੇ ਲਾਹੌਰ ਜਾਂਦੇ ਸੀ। ਇਹ ਮੇਨ ਰਸਤਾ ਸੀ ਉਸ ਸਮੇਂ ਦਾ ਲਾਹੌਰ ਤੋਂ ਦਿੱਲੀ ਵੱਲ। ਘਾਟ ਉਰਾਰ ਪਾਰ ਉਤਰ ਬੇ। ਹਾਂ ਉਰਾਰ ਇਧਰ ਤੇ ਉਧਰ ਦੋਵੇਂ ਪਾਸੇ ਘਾਟ ਸੀ ਤੇ ਰਾਹੀ ਉਤਰਦੇ ਚੜ੍ਹਦੇ ਰਹਿੰਦੇ ਸਨ। ਆਵਤ ਜਾਤ ਲੋਕ ਠਹਿਰੇ ਬੇ। ਤੇ ਆਉਂਦੇ ਜਾਂਦੇ ਲੋਕ ਵੀ ਇੱਥੇ ਠੰਡਾ ਹੋਣ ਕਰਕੇ ਦਰਿਆ ਦਾ ਕਿਨਾਰਾ ਤੇ ਰੁੱਖਾਂ ਦੀ ਛਾਵੇਂ ਠਹਿਰ ਜਾਂਦੇ। ਤੀਰ ਬਿਪਾਸਾ ਸੁੰਦਰ ਥਾਨੋ। ਇਸੇ ਤਰ੍ਹਾਂ ਬਿਆਸ ਦਰਿਆ ਦਾ ਕਿਨਾਰਾ ਸੀ। ਮਹਾਰਾਜ ਵੇਖਦੇ ਆ ਕਿ ਬੜਾ ਸੁੰਦਰ ਜਗ੍ਹਾ ਹੈ। ਉੱਚੋ ਸ਼ੋਭਤ ਦੇਖ ਮਹਾਨੂ। ਤੇ ਉੱਚਾ ਜਿਹੜਾ ਵੈ ਮਹਾਰਾਜ ਸੱਚੇ ਪਾਤਸ਼ਾਹ ਜੀ ਸਥਾਨ ਤੇ ਵੇਖਦੇ ਹਨ ਵੀ ਇਹ ਸਥਾਨ ਬਹੁਤ ਮਹਾਨ ਹੈ। ਜਿਮ ਸ਼੍ਰੀ ਅੰਗਦ ਆਗਿਆ ਦੀਨਸ। ਜਿਵੇਂ ਫਿਰ ਸ਼੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਆਗਿਆ ਕੀਤੀ ਸੀ। ਸਤਨਾਮ ਕਹਿ ਜਲ ਕਰ ਲੀਨਸ। ਤੇ ਮਹਾਰਾਜ ਨੇ ਬਿਆਸ ਦਰਿਆ ਚੋਂ ਫਿਰ ਵਾਹਿਗੁਰੂ ਵਾਹਿਗੁਰੂ ਸਤਨਾਮ ਕਹਿ ਕੇ ਜਲ ਭਰ ਲਿਆ ਹੈ। ਛਿੜਕਣ ਕਰਿਓ ਸਥਾਨ ਚੁਫੇਰੇ। ਤੇ ਚਾਰ ਚਫੇਰੇ ਸੱਚੇ ਪਾਤਸ਼ਾਹ ਜੀਆਂ ਨੇ ਛਿੜਕਾ ਛੱਟਾ ਦਿੱਤਾ। ਵਾਹਿਗੁਰੂ 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 ਕਰਦਿਆਂ ਜਲ ਦਾ ਛੱਟਾ ਦਿੱਤਾ ਹੈ। ਫੇਰ ਨ ਆਵਹਿ ਪ੍ਰੇਤਨ ਡੇਰੇ। ਤਾਂ ਕਿ ਪ੍ਰੇਤੀ ਪ੍ਰੇਤ ਜਿਹੜੇ ਵਾ ਫੇਰ ਆ ਕੇ ਡੇਰਾ ਨਾ ਪਾ ਲੈਣ ਇੱਥੇ। ਛਰੀ ਧਰੀ ਕਰ ਸ਼੍ਰੀ ਗੁਰ ਕੀ। ਤੇ ਗੁਰੂ ਕੀ ਜਿਹੜੀ ਦਿੱਤੀ ਹੋਈ ਉਹ ਫੂਲ ਛੜੀ ਆ ਉਹ ਹੱਥ ਵਿੱਚ ਹੈ ਸਤਿਗੁਰਾਂ ਦੇ। ਕਰੀ ਲਕੀਰ ਜਿਤੀ ਤਰਪੁਰ ਕੀ। ਤੇ ਜਿੰਨੀ ਕੁ ਮਹਾਰਾਜ ਨੇ ਉਹ ਨਗਰ ਵਸਾਉਣਾ ਸੀਗਾ ਉਥੋਂ ਤੀਕਰ ਬੜੀ ਦੂਰ ਤੱਕ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਨੇ ਉਹ ਛੜੀ ਦੇ ਨਾਲ ਬੜੀ ਦੂਰ ਤੱਕ ਪਾਸੇ ਪਾਸੇ ਲਕੀਰ ਖਿੱਚ ਦਿੱਤੀ ਹੈ। ਬਾਹਰ ਮੰਗਾਇਆ ਬਹ ਮਿਸ਼ਟਾਨਾ। ਤੇ ਫਿਰ ਇਸ ਪ੍ਰਕਾਰ ਸਤਿਗੁਰਾਂ ਨੇ ਗੋਂਦੇ ਖੱਤਰੀ ਤੋਂ ਬੜਾ ਮਿੱਠਾ ਗੁੜ ਆਦਿਕ ਮੰਗਵਾਉਣਾ ਕੀਤਾ। ਪਤਾਸੇ ਮੰਗਵਾਏ ਐ। ਹਰਖਿਓ ਗੋਂਦਾ ਧਨੀ ਮਹਾਨਾ। ਗੋਂਦਾ ਬੜਾ ਧਨੀ ਹੈ ਤੇ ਨਗਰ ਵਸਦਾ ਵੇਖ ਕੇ ਬਹੁਤ ਖੁਸ਼ ਹੁੰਦਾ ਹੈ। ਖਰੇ ਹੋਏ ਸ਼੍ਰੀ ਅਮਰ ਸੁਜਾਨੇ। ਧੰਨ ਗੁਰੂ ਅਮਰਦਾਸ ਮਹਾਰਾਜ ਸੁਗੜ ਸਰੂਪ ਪਾਤਸ਼ਾਹ ਜੀ ਖੜੇ ਹੋਏ ਇਸ ਧਰਤੀ ਉੱਪਰ। ਹਾਥ ਜੋਰ ਅਰਦਾਸ ਬਖਾਨੇ। ਤੇ ਦੋਵੇਂ ਹੱਥ ਜੋੜ ਕੇ ਫਿਰ ਸਤਿਗੁਰਾਂ ਨੇ ਅਰਦਾਸ ਕੀਤੀ ਹੈ। ਸ਼੍ਰੀ ਨਾਨਕ ਸ਼੍ਰੀ ਅੰਗਦ ਨਾਮੂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਨਾਮ ਲਿਆ ਧਿਆਨ ਧਰਿਆ। ਗੁਰੂ ਅੰਗਦ ਪਾਤਸ਼ਾਹ ਜੀ ਦਾ ਨਾਮ ਲਿਆ ਤੇ ਧਿਆਨ ਧਾਰਿਆ ਹੈ। ਸਿਮਰ ਸਿਮਰ ਆਨਨ ਅਭਿਰਾਮੂ। ਤੇ ਸਤਿਗੁਰਾਂ ਸੱਚੇ ਪਾਤਸ਼ਾਹ ਜੀਆਂ ਨੇ ਮੁਖੋਂ ਸਿਮਰਿਆ ਹੈ ਨਾਮ ਗੁਰੂ ਨਾਨਕ ਪਾਤਸ਼ਾਹ ਜੀ ਦਾ। ਸੁੰਦਰ ਮੁਖ ਦੇ ਨਾਲ ਗੁਰੂ ਅੰਗਦ ਪਾਤਸ਼ਾਹ ਨੂੰ ਧਿਆਇਆ ਹੈ। ਅਰਪਣ ਕਰਿਓ
ਸਕਲ ਮਿਸ਼ਟਾਨੂ। ਤੇ ਸਾਰੀ ਮਹਾਰਾਜ ਦਾ ਧਿਆਨ ਧਰ ਕੇ ਭੋਗ ਲਵਾਇਆ। ਉਹ ਮਿੱਠਾ ਮਹਾਰਾਜ ਨੂੰ ਸੱਚੇ ਪਾਤਸ਼ਾਹ ਦਾ ਧਿਆਨ ਧਰ ਕੇ ਅਰਪਣ ਕੀਤਾ ਹੈ। ਪੁਨః ਸਭਿਨ ਕੋ ਬਾਂਟਨ ਠਾਨੂ। ਫਿਰ ਜਿੰਨੇ ਕੁ ਲੋਕ ਉਥੇ ਦਿਸੇ ਸਾਰਿਆਂ ਨੂੰ ਵੰਡਣਾ ਕੀਤਾ ਹੈ। ਪੂਰਬ ਦਿਸ਼ਾ ਧਰਾ ਪਟਵਾਈ। ਤੇ ਇਹ ਫਿਰ ਮਹਾਰਾਜ ਨੇ ਚੜ੍ਹਦੇ ਵਾਲੇ ਪਾਸੇ ਜਿਹੜੀ ਪਹਿਲਾਂ ਚੜ੍ਹਦੇ ਵਾਲੀ ਦਿਸ਼ਾ ਵਾਲੇ ਪਾਸੇ ਜਿਵੇਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਦੱਸਿਆ ਸੀ ਹੁਕਮ ਸਦਕਾ ਚੜ੍ਹਦੇ ਵਾਲੇ ਪਾਸੇ ਸਤਿਗੁਰਾਂ ਨੇ ਉਹ ਟੋਆ ਮਿੱਟੀ ਪਟਵਾਈ ਹੈ। ਏਕ ਸਾਰ ਸੁੰਦਰ ਬਨਵਾਈ। ਤੇ ਪੱਧਰੀ ਕਰਕੇ ਸੋਹਣਾ ਥਾਂ ਬਣਵਾ ਲਿਆ ਹੈ। ਸ਼੍ਰੀ ਨਾਨਕ ਕੇ ਚਰਨ ਮਨਾਏ। ਪਹਿਲਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਨੂੰ ਪੂਜਿਆ ਹੈ। ਨਗਰ ਨੀਵ ਧਰ ਚਿਨਬੇ ਲਾਏ। ਫਿਰ ਨਗਰ ਦੀ ਨੀਂਹ ਰੱਖੀ ਹੈ। ਗੁਰੂ ਅਮਰਦਾਸ ਮਹਾਰਾਜ ਜੀਆਂ ਚਿਣਨ ਵਾਸਤੇ ਲਾ ਦਿੱਤੇ ਹੈ। ਤਬ ਤੇ ਬਾਹਰ ਨਾ ਭੂਤ ਨਾ ਪ੍ਰੇਤ। ਕਵੀ ਜੀ ਕਹਿੰਦੇ ਉਸ ਦਿਨ ਤੋਂ ਲੈ ਕਰਕੇ ਜਦੋਂ ਮਹਾਰਾਜ ਦੇ ਹੱਥੋਂ ਗੋਇੰਦਵਾਲ ਸਾਹਿਬ ਦੀ ਨੀਂਹ ਰੱਖੀ ਗਈ ਭੂਤ ਪ੍ਰੇਤ ਉਸ ਤੋਂ ਬਾਅਦ ਨਹੀਂ ਕੋਈ ਆਇਆ ਹੈ। ਨਹਿ ਦੇਖੇ ਜੋ ਢਾਹੇ ਨਿਕੇਤ। ਆਂਦੇ ਫਿਰ ਨਾ ਕਿਤੇ ਮੁੜ ਦੇਖੇ ਜਿਹੜੇ ਢਾਏ ਸੀ ਨਾ ਘਰ ਕਿਸੇ ਨਾ ਆਣ ਕੇ ਮੁੜ ਕੇ ਘਰ ਢਾਏ ਹਨ। ਪੂਰਬ ਸਦਨ ਬਨਾਵਹਿ ਕੋ। ਤੇ ਪਹਿਲਾਂ ਜਿਹੜਾ ਵੈ ਕੋਈ ਵੀ ਘਰ ਇੱਥੇ ਬਣਾਉਂਦਾ ਸੀ ਜਦ ਪ੍ਰੇਤ ਵਿਦਾਰਤ ਢਾਹਤ ਸੋ। ਜਿਹੜੇ ਪ੍ਰੇਤ ਸਾਨੂੰ ਸਾਰਾ ਹੀ ਘਰ ਜਦੋਂ ਪਹਿਲਾਂ ਕੋਈ ਵੀ ਘਰ ਬਣਾਉਂਦਾ ਤੇ ਉਹ ਪ੍ਰੇਤ ਜਿਹੜੇ ਸੀ ਉਹ ਸਾਰਾ ਹੀ ਘਰ ਢਾਹ ਦਿੰਦੇ ਸਨ। ਕੰਧਾਂ ਪੱਟਦਿਆ ਕਰਨ ਰਾਤ ਸਮੇਂ। ਚਿਨਿਓ ਜਿਤੋ ਸੋ ਬਨਿਓ ਰਹਿਓ ਹੈ। ਹੁਣ ਜਦੋਂ ਇਹ ਗੁਰੂ ਅਮਰਦਾਸ ਮਹਾਰਾਜ ਨੇ ਨੀਂਹ ਰੱਖੀ ਉਹ ਜਿੰਨਾ ਚਣਾਈ ਕਰ ਦਿੰਦੇ ਸੀ ਉਵੇਂ ਖੜੀ ਰਹਿੰਦੀ ਸੀ। ਜਿਵੇਂ ਬਣਾ ਦਿੰਦੇ ਸੀ ਉਸੇ ਤਰ੍ਹਾਂ ਹੀ ਰਹਿੰਦਾ ਹੈ। ਗੋਂਦੇ ਦੇਖ ਆਨੰਦ ਲਹਿਓ ਹੈ। ਤੇ ਗੋਂਦਾ ਖੱਤਰੀ ਵੇਖਦਾ ਵੀ ਹੁਣ ਨਗਰ ਵਸੀ ਜਾਂਦਾ। ਵੇਖ ਵੇਖ ਕੇ ਬਹੁਤ ਆਨੰਦਿਤ ਹੁੰਦਾ ਹੈ। ਬਹੁਤ ਧਨ ਖਰਚ ਮਜੂਰ ਲਗਾਏ। ਉਹ ਗੋਂਦਾ ਖੱਤਰੀ ਪੈਸੇ ਵਾਲਾ ਹੋਣ ਕਰਕੇ ਬਹੁਤੇ ਉਹਨੇ ਮਜ਼ਦੂਰ ਲਾ ਕਰਕੇ ਤੇ ਬੜਾ ਖਰਚ ਕੀਤਾ ਹੈ। ਕਰਤੇ ਕਾਰੀਗਰ ਸਮੁਦਾਏ। ਤੇ ਚੰਗੇ ਵਧੀਆ ਕਾਰੀਗਰ ਮੰਗਵਾਏ ਇਕੱਠੇ ਕੀਤੇ ਹਨ। ਤਬ ਸ਼੍ਰੀ ਅਮਰ ਵਿਚਾਰ ਕਰਿਓ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਵਿਚਾਰ ਕੀਤੀ ਹੈ। ਜਿਸ ਗੋਂਦੇ ਪਰ ਨਾਮ ਧਰਿਓ ਹੈ। ਵੀ ਇਹਦਾ ਨਗਰ ਦਾ ਨਾਮ ਫਿਰ ਗੋਂਦੇ ਦੇ ਨਾਮ ਤੇ ਰੱਖ ਦਈਏ। ਗੋਇੰਦਵਾਲ ਉਚਾਰ ਸੁਨਾਇਓ। ਤੇ ਮਹਾਰਾਜ ਜੀ ਉੱਥੇ ਉਚਾਰ ਕੇ ਸੁਣਾਇਆ ਭਈ ਇਹ ਨਗਰ ਦਾ ਨਾਮ ਹੋਏਗਾ ਗੋਇੰਦਵਾਲ। ਪਹਿਲਾਂ ਤਾਂ ਇਹ ਨਾਂ ਤੇ ਹੀ ਨਹੀਂ ਸੀ ਨਾ ਕੋਈ ਇਸ ਨਗਰ ਦਾ, ਵਿਹਲੀ ਜਗ੍ਹਾ ਪਈ ਸੀ। ਤਾਂ ਮਹਾਰਾਜ ਕਹਿੰਦੇ ਆ ਕਿ ਭਾਈ ਇਸ ਦਾ ਨਾਮ ਹੋਵੇਗਾ ਗੋਇੰਦਵਾਲ। ਗੋਂਦੇ ਦੇ ਨਾਂ ਤੇ ਕਹਿ ਲੋ ਜਾਂ ਗੋਇੰਦ ਕਹੀਏ ਗੋਬਿੰਦ ਵਾਲ। ਮਾਲਕ ਹੈ ਜਿਹੜਾ ਇਸ ਦਾ ਗੋਬਿੰਦ ਪਰਮੇਸ਼ਰ। ਗੋਬਿੰਦਵਾਲ ਗੋਬਿੰਦਪੁਰੀ ਸਮਝਲਨ ਤੀਰ ਵਿਪਾਸ ਬਣਾਇਓ ਭਟਾ ਨੇ ਆਖਿਆ ਹੈ। ਤੋ ਪਰਮੇਸ਼ਰ ਦੇ ਨਾਮ ਤੇ ਜਾਂ ਕਹਿ ਲਓ ਇਹ ਮਹਾਰਾਜ ਨੇ ਦੱਸਿਆ ਹੈ ਕਿ ਭਾਈ ਗੋਬਿੰਦ ਪਰਮੇਸ਼ਰ ਦੀ ਪੁਰੀ ਹੋਵੇਗੀ। ਇਸ ਦਾ ਇਹ ਨਾਮ ਗੋਇੰਦਵਾਲ ਹੈ। ਭਇਓ ਨਾਮ ਪੁਰ ਕੋ ਵਿਦਤਾਇਓ। ਉਸ ਤੋਂ ਬਾਅਦ ਕਵੀ ਜੀ ਕਹਿੰਦੇ ਹੁਣ ਤੀਕਰ ਉਸ ਦਾ ਨਾਮ ਸਭ ਸੰਗਤਾਂ ਸੁਣਦੀਆਂ ਜਾਣਦੀਆਂ ਦਰਸ਼ਨ ਕਰਦੀਆਂ ਗੋਇੰਦਵਾਲ ਦਾ ਪਾਵਨ ਅਸਥਾਨ ਹੈ। ਕੇਤਕ ਸਦਨ ਤਿਆਰ ਕਰਵਾਏ। ਕੁਝ ਕੁ ਘਰ ਮਹਾਰਾਜ ਜੀਆਂ ਨੇ ਉੱਥੇ ਤਿਆਰ ਕਰਵਾ ਦਿੱਤੇ ਪੂਰੇ। ਜਿਹੜਾ ਚੁਬਾਰਾ ਸਾਹਿਬ ਦਾ ਸਥਾਨ ਖਾਲਸਾ ਜੀ ਪਹਿਲਾਂ ਤਿਆਰ ਹੋਇਆ ਸੀ ਜਿਹੜਾ ਹੁਣ ਵੀ ਹੈ। ਤੋ ਇਹ ਚੁਬਾਰਾ ਸਾਹਿਬ ਤੋਂ ਆਦਿਕ ਜਿਹੜੇ ਸਥਾਨ ਹਨ ਇਹ ਪਹਿਲਾਂ ਇਹ ਤਿਆਰ ਕਰਵਾਏ ਗਏ ਆ। ਸ਼੍ਰੀ ਅੰਗਦ ਕੇ ਦਰਸ਼ਨ ਆਏ। ਤੇ ਇਸ ਤੋਂ ਬਾਅਦ ਇਹਨਾਂ ਨਗਰ ਵਸਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਖਡੂਰ ਸਾਹਿਬ ਆਏ ਸਤਿਗੁਰਾਂ ਦੇ ਦਰਸ਼ਨਾਂ ਨੂੰ। ਬੰਧਨ ਠਾਨੀ ਹੋਏ ਅਧੀਨਾ। ਮਹਾਰਾਜ ਦੇ ਗਾੜੀ ਅਧੀਨ ਹੋ ਕੇ ਨਿਮਰਤਾ ਸਹਿਤ ਬੰਧਨ ਕੀਤੀ ਨਮਸਕਾਰ ਕੀਤੀ ਹੈ। ਭਨਤ ਬਿਨੈ ਬਨ ਆਗਾ ਦੀਨਾ। ਆਏ ਨਿਮਾਣਾ ਹੋ ਕਰਕੇ ਗੁਰੂ ਅੰਗਦ ਪਾਤਸ਼ਾਹ ਦੇ ਅੱਗੇ ਸਤਿਗੁਰੂ ਜੀ ਬੇਨਤੀ ਕਰਦੇ ਹਨ। ਰਾਵਰ ਕੀ ਆਗਿਆ ਜਿਮ ਹੋਈ। ਇਹ ਸੱਚੇ ਪਾਤਸ਼ਾਹ ਜੀ ਜਿਵੇਂ ਤੁਹਾਡੀ ਆਗਿਆ ਹੋਈ ਸੀ। ਸੁਧਰਿਓ ਕਾਜ ਭਇਓ ਪਰਸੋਈ। ਤੇ ਮਹਾਰਾਜ ਕਾਰਜ ਸਫਲਾ ਹੋ ਗਿਆ। ਨਗਰ ਵਸਾਉਣ ਵਾਲਾ ਉੱਥੇ ਨਗਰ ਵਸ ਗਿਆ। ਆਪ ਜੀ ਕੀ ਦਇਆ ਹੋਈ ਹੈ। ਲੱਗੇ ਮਜੂਰ ਕਰਤ ਹੈ ਕਾਰੇ। ਤੇ ਬਾਕੀ ਰਹਿੰਦਾ ਕੰਮ ਉਹ ਕੰਮ ਕਰ ਰਹੇ ਆ। ਬੜੇ ਮਜ਼ਦੂਰ ਤੇ ਆਦਿਕ ਜਿਹੜੇ ਕਾਰੀਗਰ ਲੱਗੇ ਹੋਏ ਆ। ਕੇਚਕ ਕਰੇ ਨਿਕੇਤ ਸੋ ਤਿਆਰੇ। ਤੇ ਕੁਝ ਕੁ ਘਰ ਤਾਂ ਸੱਚੇ ਪਾਤਸ਼ਾਹ ਜੀ ਉੱਥੇ ਅਸੀਂ ਤਿਆਰ ਕਰਵਾ ਦਿੱਤੇ ਤੁਹਾਡੀ ਦਇਆ ਦੇ ਸਦਕਾ ਹੀ। ਸ਼੍ਰੀ ਅੰਗਦ ਸਨ ਭਏ ਪ੍ਰਸੰਨ। ਸੁਣ ਕੇ ਧੰਨ ਸ਼੍ਰੀ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਬਹੁਤ ਪ੍ਰਸੰਨ ਹੋਏ ਹਨ। ਪੁਰਖਾ ਅਬ ਐਸੇ ਬਚ ਮੰਨ। ਤੋ ਮਹਾਰਾਜ ਕਹਿੰਦੇ ਹੈ ਭਾਈ ਪੁਰਖਾ ਹੈ ਅਮਰਦਾਸ ਜੀ ਹੁਣ ਸਾਡਾ ਇਹ ਬਚਨ ਮੰਨੋ। ਨਿਜ ਪਰਿਵਾਰ ਹਕਾਰ ਸਾਰਾ। ਜਿਹੜਾ ਤੁਹਾਡਾ ਪਰਿਵਾਰ ਹੈ ਨਾ ਬਾਸਰ ਕੇ ਰਹਿੰਦਾ ਉਹ ਸਾਰਾ ਹੀ ਹੁਣ ਤੁਸੀਂ ਸੱਦ ਲਓ ਉੱਥੇ ਆਪਦੇ ਪਾਸ।
ਬਸਹਾ ਤਹਾਂ ਸੁਖ ਲਹਾ ਉਦਾਰਾ। ਤੇ ਪਰਿਵਾਰ ਸਾਰੇ ਆਪਦੇ ਸਦਕੇ ਤੇ ਗੋਇੰਦਵਾਲ ਸ਼ਹਿਰ ਦੇ ਵਿੱਚ ਤੁਸੀਂ ਜਾਂ ਗੋਇੰਦਵਾਲ ਨਗਰ ਜਿਹੜਾ ਵਸਿਆ ਉੱਥੇ ਰਹਿਣਾ ਕਰੋ, ਅਪਰ ਜੀ ਆਵਹਿ ਬਸਵੇ ਕਾਰਨ। ਤਾਂ ਕਿ ਸੁਖ ਪ੍ਰਾਪਤ ਹੋਵੇ। ਤੁਹਾਨੂੰ ਵੇਖ ਕੇ ਹੋਰ ਵੀ ਬੜੇ ਆਉਣਗੇ ਵਸਣ ਵਾਸਤੇ, ਤਿਨਹਿ ਬਸਾਵਹ ਸਦਨ ਉਸਾਰਨ। ਤੇ ਘਰ ਬਣਾ ਬਣਾ ਕੇ ਦਿਓ ਤੇ ਹੋਰਾਂ ਨੂੰ ਵੀ ਇੱਥੇ ਵਸਾਉਣਾ ਕਰੋ। ਬਾਸ ਤੁਮਾਰ ਸਮੀਪ ਹਮਾਰੇ। ਬਾਕੀ ਸਾਡਾ ਵਾਸਾ ਤੁਹਾਡੇ ਲਾਗੇ ਹੀ ਆ, ਅਸੀਂ ਸਦਾ ਹੀ ਤੁਹਾਡੇ ਅੰਗ ਸੰਗ ਰਹਾਂਗੇ। ਮਿਲਹਾ ਚਾਹ ਰਹਿ ਕਰ ਹਿਤਕਾਰ। ਤੇ ਜਦੋਂ ਵੀ ਤੁਹਾਡਾ ਮਿਲਹੁ ਸਭਨ ਸੋ ਕਰ ਹਿਤਕਾਰ, ਉਥੇ ਜਿਹੜੇ ਵੀ ਆਉਂਦੇ ਸਾਰਿਆਂ ਨਾਲ ਪ੍ਰੇਮ ਕਰੋ। ਜੇ ਕੋਈ ਆਉਂਦਾ ਤੋ ਮਿਲਹੁ ਚਾਹੋ ਰਹਿ ਸਦਨ ਮਝਾਰੇ, ਆਪਦਾ ਘਰ ਬਣਾਓ, ਆਪਦੇ ਪਰਿਵਾਰ ਨੂੰ ਉੱਥੇ ਸੱਦੋ ਤੇ ਪ੍ਰੇਮ ਦੇ ਨਾਲ ਉੱਥੇ ਵਾਸਾ ਕਰੋ। ਅਬ ਬਾਸਰ ਕੇ ਗ੍ਰਾਮ ਸਿਧਾਰ। ਹੁਣ ਤੁਸੀਂ ਜਾਓ ਆਪਦਾ ਪਰਿਵਾਰ ਲੈ ਆਓ ਤੇ ਇਥੋਂ ਬਾਸਰ ਕੇ ਨਗਰ ਨੂੰ ਚਲੇ ਜਾਵੋ। ਮਿਲਹਾ ਸਭਨ ਸੋ ਕਰ ਹਿਤਕਾਰ। ਉੱਥੇ ਜਾ ਕੇ ਆਪਦੇ ਸ਼ਰੀਕੇ ਨੂੰ, ਭੈਣਾਂ ਭਾਈਆਂ ਨੂੰ, ਪੁੱਤਰਾਂ ਨੂੰ ਮਿਲੋ ਤੇ ਉਹਨਾਂ ਨੂੰ ਦੱਸੋ। ਚਿਰੰਕਾਲ ਬੀਤਾ ਤਦ ਆਏ। ਕਿਉਂਕਿ ਵੈਸੇ ਵੀ ਤੁਹਾਨੂੰ 12 ਵਰੇ ਤੋਂ ਉੱਪਰ ਹੀ ਸਮਾਂ ਹੋ ਗਿਆ ਇੱਥੇ ਖਡੂਰ ਸਾਹਿਬ ਆਇਆ, ਤੁਸੀਂ ਮੁੜ ਨਹੀਂ ਗਏ ਕਦੇ। ਨਹਿ ਕੁਟੰਬ ਸੋ ਮਿਲਿਓ ਸਿਧਾਏ। ਤੇ ਨਾ ਹੀ ਕਦੇ ਇੱਥੋਂ ਜਾ ਕੇ ਪਰਿਵਾਰ ਨੂੰ ਮਿਲੇ ਹੋ। 12 ਵਰੇ ਹੋ ਗਏ ਹਨ। ਲੈ ਆਵਹ ਜਾਵਹ ਤਤਕਾਲ। ਹੁਣ ਭਾਈ ਜਾਓ ਆਪਦੇ ਪਰਿਵਾਰ ਨੂੰ ਇਹ ਅਮਰਦਾਸ ਜੀ ਲੈ ਆਓ ਬੜੀ ਛੇਤੀ ਨਾਲ। ਕਰਹ ਬਾਸ ਅਬ ਗੋਇੰਦਵਾਲ। ਤੇ ਵਾਸਾ ਕਰ ਲੋ ਗੋਇੰਦਵਾਲ ਦੇ ਪਾਵਨ ਸਥਾਨ ਤੇ। ਆਏ ਸਪਾਏ ਗੁਰੂ ਕੀ ਗਏ। ਗੁਰੂ ਅੰਗਦ ਪਾਤਸ਼ਾਹ ਦੀ ਆਗਿਆ ਪਾਈ ਹੈ, ਸ਼੍ਰੀ ਅਮਰਦਾਸ ਜੀ ਚੱਲੇ ਬਾਸਰ ਕੇ ਨੂੰ। ਸਭਨ ਲੋਕਨ ਸੰਗ ਮਿਲਤੇ ਭਏ। ਤੇ ਸਾਰੇ ਜਿੰਨੇ ਲੋਕ ਹਨ ਉਹਨਾਂ ਦੇ ਨਾਲ ਜਿਹੜੇ ਮਿਲੇ ਆ ਕੇ ਇੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕਰਕੇ ਸ਼੍ਰੀ ਅਮਰਦਾਸ ਜੀ ਮਿਲੇ ਆਪਦੇ ਸਾਰੇ ਪਰਿਵਾਰ ਦੇ ਨਾਲ। ਹੋਰ ਵੀ ਨਗਰ ਦੇ ਲੋਕ ਸ਼੍ਰੀ ਅਮਰਦਾਸ ਜੀ ਨੂੰ ਮਿਲੇ ਹੈ। ਗੁਰ ਪ੍ਰਸੰਨ ਭੇ ਕਥਾ ਸੁਨਾਈ। ਵੀ ਦੱਸਿਆ ਫਿਰ ਸ਼੍ਰੀ ਅਮਰਦਾਸ ਜੀਆਂ ਨੇ ਵੀ ਗੁਰੂ ਅੰਗਦ ਪਾਤਸ਼ਾਹ ਜੀ ਸਾਡੇ ਤੇ ਡਾਢੇ ਪ੍ਰਸੰਨ ਹੋਏ ਆ। ਉਹ ਸਾਰੀ ਵਾਰਤਾ ਦੱਸੀ ਹੈ। ਦਈ ਮੋਹਿ ਸਭ ਭਾਂਤ ਵਡਾਈ। ਹਰ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਸਭ ਪਾਸਿਓਂ ਸਾਨੂੰ ਬੜੀ ਵਡਿਆਈ ਬਖਸ਼ਿਸ਼ ਕੀਤੀ ਹੈ। ਅਬ ਗੁਰ ਹੁਕਮ ਭਇਓ ਇਸ ਢਾਲ। ਬਾਕੀ ਹੁਣ ਭਾਈ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇਸ ਤਰ੍ਹਾਂ ਸਾਨੂੰ ਹੁਕਮ ਹੋਇਆ ਹੈ ਬਸਹਾ ਜਾਏ ਕਰ ਗੋਇੰਦਵਾਲ। ਕਿ ਆਪਾਂ ਸਾਰੇ ਗੋਇੰਦਵਾਲ ਸਾਹਿਬ ਜਾ ਕੇ ਵਾਸਾ ਕਰ ਲਈਏ। ਦੇਰ ਨ ਕਰਹਾ ਚੱਲਹਾ ਮਮ ਸੰਗ। ਇਸ ਕਰਕੇ ਭਾਈ ਮਹਾਰਾਜ ਦਾ ਹੁਕਮ ਹੈ ਤੇ ਮੰਨੋ, ਦੇਰੀ ਨਾ ਕਰੋ ਤੇ ਮੇਰੇ ਨਾਲ ਚੱਲੋ। ਪਰ ਸੁੰਦਰ ਘਰ ਹੋਏ ਉਤੰਗ। ਅਸੀਂ ਉੱਥੇ ਉੱਚੇ ਤੇ ਬੜੇ ਸੁੰਦਰ ਘਰ ਬਣੇ ਹੋਏ ਹਨ। ਜੇਤ ਕਮਾਨੇ ਬਾਗ ਭਨੇ ਸਭ ਜਬ। ਜਿੰਨੇ ਕੁ ਇਹਨਾਂ ਨੇ ਫਿਰ ਲੋਕ ਮੰਨੇ ਇਹਨਾਂ ਦੀ ਗੱਲ ਸ਼੍ਰੀ ਅਮਰਦਾਸ ਜੀਆਂ ਦੇ ਦੱਸੇ ਹੋਏ ਬਚਨਾਂ ਨੂੰ, ਕੁਝ ਮੰਨ ਗਏ ਆ ਜਾਣ ਵਾਸਤੇ। ਉਠ ਸ਼੍ਰੀ ਅਮਰ ਸੰਗ ਭੇ ਸੋ ਸਭ। ਤੇ ਉਹ ਕੁਝ ਕੁ ਲੋਕ ਜਿਨ੍ਹਾਂ ਸ਼੍ਰੀ ਅਮਰਦਾਸ ਗੁਰੂ ਪਾਤਸ਼ਾਹ ਦਾ ਬਚਨ ਮੰਨਿਆ ਵੀ ਚਲੋ ਗੋਇੰਦਵਾਲ ਸਾਹਿਬ ਚੱਲੀਏ ਉੱਥੇ ਰਹੀਏ, ਉਹ ਸਾਰੇ ਉੱਠ ਕੇ ਤੇ ਮਹਾਰਾਜ ਦੇ ਨਾਲ ਤੁਰ ਪਏ ਆ। ਪਹੁੰਚੇ ਗੋਇੰਦਵਾਲ ਸੋ ਜਾਏ। ਉਹ ਸਾਰੇ ਗਏ ਮਹਾਰਾਜ ਦੇ ਨਾਲ ਗੋਇੰਦਵਾਲ ਦੀ ਧਰਤੀ ਤੇ ਪਹੁੰਚੇ ਆ। ਬਸੇ ਠਾਣ ਰੁਚ ਸਭ ਸੁਖ ਪਾਏ। ਉਥੇ ਸੋਹਣੇ ਸਥਾਨ ਜਿਹੜੇ ਬਣੇ ਉੱਥੇ ਵਾਸਾ ਕੀਤਾ ਹੈ, ਸਾਰੇ ਸੁਖ ਮਿਲਦੇ ਹਨ। ਸ਼੍ਰੀ ਅੰਗਦ ਕੇ ਦਰਸ਼ਨ ਕਾਰਨ। ਬਾਕੀ ਧੰਨ ਸ਼੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਵਾਸਤੇ ਜਾਏ ਖਡੂਰ ਸੋਹ ਕਰਹਿ ਨਿਹਾਰਨ। ਗੁਰੂ ਅਮਰਦਾਸ ਜੀ ਮਹਾਰਾਜ ਕਦੇ ਕਦੇ ਖਡੂਰ ਸਾਹਿਬ ਚਲੇ ਜਾਂਦੇ ਆ ਗੁਰੂ ਅੰਗਦ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਪਾਛਲ ਪਾਏ ਚੱਲਹਿ ਜਬ ਆਵੈ। ਤੇ ਜਦੋਂ ਖਡੂਰ ਸਾਹਿਬ ਤੋਂ ਵਾਪਸ ਆਉਂਦੇ ਆ ਨਾ ਗੋਇੰਦਵਾਲ ਸਾਹਿਬ ਨੂੰ, ਉਦੋਂ ਸ਼੍ਰੀ ਅਮਰਦਾਸ ਜੀ ਪਿਛਲੇ ਪੈਰੀ ਆਉਂਦੇ, ਮੂੰਹ ਖਡੂਰ ਸਾਹਿਬ ਰੱਖਦੇ ਆ, ਮੁਖ ਵੀ ਇੱਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਬੈਠੇ ਆ, ਮੁਖ ਉਧਰ ਨੂੰ ਰੱਖਦੇ ਆ ਤੇ ਪਿਛਲੇ ਪੈਰੀ ਆਉਂਦੇ। ਕੁਝ ਇਤਿਹਾਸਕਾਰ ਕਹਿੰਦੇ ਆ ਵੀ ਗੋਇੰਦਵਾਲ ਸਾਹਿਬ ਤੀਕਰ ਹੀ ਆਏ ਆਉਂਦੇ ਸੀ। ਕੁਝ ਇਤਿਹਾਸਕਾਰ ਕਵੀ ਜੀ ਕਹਿੰਦੇ ਵੀ 3 ਕੋ ਖਡੂਰ ਸਾਹਿਬ ਤੋਂ ਬਾਹਰ ਆ ਕੇ ਜਪਜੀ ਸਾਹਿਬ ਦਾ ਭੋਗ ਪਾ ਕੇ ਅਰਦਾਸ ਕਰਕੇ ਫਿਰ ਇੱਧਰ ਨੂੰ ਗੋਇੰਦਵਾਲ ਸਾਹਿਬ ਨੂੰ ਮੂੰਹ ਕਰਦੇ ਸੀ। ਕੁਝ ਇਤਿਹਾਸਕਾਰ ਕਹਿੰਦੇ ਕਿ ਜਦੋਂ ਤੁਰਦੇ ਸੀ ਗੋਇੰਦਵਾਲ ਸਾਹਿਬ ਤੀਕਰ ਹੀ ਐਂ ਮੂੰਹ ਮੁਖ ਜਿਹੜਾ ਸੀਗਾ ਉਹ ਖਡੂਰ ਸਾਹਿਬ ਨੂੰ ਕਰਕੇ ਰੱਖਦੇ ਸਨ। ਤੀਨ ਕੋਸ ਲਗ ਏਵ ਸਿਧਾਵੈ। ਤੇ ਕਵੀ ਜੀ ਕਹਿੰਦੇ 3 ਕੋਹ ਤੱਕ ਜਿਹੜੇ ਵੇ ਮੁਖ ਖਡੂਰ ਸਾਹਿਬ ਵਾਲੇ ਪਾਸੇ ਰੱਖ ਕੇ ਤੁਰਦੇ ਆ। ਤਹਾਂ ਖਰੇ ਹੋਏ ਬੰਧਨ ਠਨ ਹੈ। ਉਥੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਣ ਤੇ ਬੰਦਨਾ ਨਮਸਕਾਰ ਕਰਦੇ ਆ। ਪੁਨ ਘਰ ਦੇਸ਼ ਮੁਖ ਕਰਹਿ ਪਿਆਨ ਹੈ। ਉਹਨਾਂ ਫਿਰ ਜਿਹੜਾ ਗੋਇੰਦਵਾਲ ਸਾਹਿਬ ਆਪਦੇ ਘਰ ਵੱਲ ਨੂੰ ਮੂੰਹ ਕਰਦੇ ਹਨ। ਕੇਤਕ ਸਿੱਖਣ ਤੇ ਸੁਨ ਔਰ। ਤੇ ਕੁਝ ਕੁ ਸਿੱਖਾਂ ਤੋਂ ਅੱਗੇ ਦੀ ਅੱਗੇ
ਸੁਣਿਆ ਵੀ ਗੋਇੰਦਵਾਲ ਨਗਰ ਵਸ ਗਿਆ ਹੈ। ਜਦੋਂ ਸਿੱਖਾਂ ਨੇ ਅੱਗੇ ਦੀ ਅੱਗੇ ਸੁਣਿਆ ਹੈ, ਜਲ ਗਾਗਰ ਆਨਤ ਇਸ ਠਾਰ। ਵਾਹਿਗੁਰੂ ਕਵੀ ਜੀ ਕਹਿੰਦੇ ਅਸੀਂ ਕੁਝ ਕੁ ਸਿੱਖਾਂ ਤੇ ਇਹ ਵੀ ਸੁਣਿਆ ਪੁਰਾਣਿਆਂ ਤੋਂ ਵੀ ਜਦੋਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਵਾਸਤੇ ਸ਼੍ਰੀ ਅਮਰਦਾਸ ਜੀ ਗਾਗਰ ਵਿੱਚ ਜਲ ਲੈਣ ਆਉਂਦੇ ਸੀ ਤੇ ਉਹ ਖਡੂਰ ਸਾਹਿਬ ਤੋਂ ਇੱਧਰ ਨੂੰ ਆਉਂਦੇ ਸੀ ਜਿੱਥੇ ਹੁਣ ਗੋਇੰਦਵਾਲ ਸਾਹਿਬ ਦਾ ਸਥਾਨ ਹੈ। ਗਾਗਰ ਭਰਨ ਵਾਸਤੇ ਇਸੇ ਸਥਾਨ ਤੋਂ ਗਾਗਰਾਂ ਭਰ ਭਰ ਕੇ ਖਡੂਰ ਸਾਹਿਬ ਲਿਜਾਂਦੇ ਸਨ। ਨਦੀ ਪਿਪਾਸਾ ਤੇ ਭਰ ਲਿਆ ਵਹਿ। ਇਹ ਇੱਥੇ ਬਿਆਸ ਦਰਿਆ ਦਾ ਕੰਢਾ ਖੁੱਲਾ ਸੀਗਾ ਤੇ ਇੱਥੋਂ ਭਰ ਭਰ ਕੇ ਲੈ ਕੇ ਜਾਂਦੇ ਸੀ। ਸ਼੍ਰੀ ਗੁਰ ਕੋ ਇਸ਼ਨਾਨ ਕਰਾਵਹਿ। ਤੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਇਸ਼ਨਾਨ ਕਰਵਾਉਂਦੇ ਸੀ। ਵੇਖੋ ਹੁਣ ਗੋਇੰਦਵਾਲ ਸਾਹਿਬ ਕਿੱਥੇ ਆ ਤੇ ਖਡੂਰ ਸਾਹਿਬ ਕਿੱਥੇ ਆ। ਮੇਰੇ ਹਿਸਾਬ ਨਾਲ 12 ਤੋਂ 15 ਕੋਹ ਦੀ ਦੂਰੀ ਹੋਵੇਗੀ। ਇੰਨਾ ਲੰਮਾ ਪੈਂਡਾ ਖਾਲਸਾ ਜੀ ਚੱਲ ਚੱਲ ਕੇ ਮਹਾਰਾਜ ਜਾਂਦੇ ਸਨ। ਲੈਨ ਜਾਹੇ ਚੱਲ ਪਾਛਲ ਔਰ। ਤੇ ਜਦੋਂ ਜਲ ਜਾਂਦੇ ਸੀ ਉਦੋਂ ਵੀ ਮੁਖ ਜਿਹੜਾ ਸੀ ਖਾਲੀ ਗਾਗਰ ਵੇਲੇ ਖਡੂਰ ਸਾਹਿਬ ਨੂੰ ਕਰਕੇ ਤੇ ਪਿਛਲੇ ਪੈਰੀ ਤੁਰਦੇ ਸੀ। ਆਨਨ ਰੱਖ ਹੈ ਤਬ ਗੁਰ ਔਰ। ਤੇ ਭਰ ਕੇ ਤਾਂ ਫਿਰ ਸਿੱਧੇ ਹੀ ਤੁਰਨਾ ਤੇ ਮੁਖ ਸਦਾ ਹੀ ਖਡੂਰ ਸਾਹਿਬ ਗੁਰੂ ਅੰਗਦ ਪਾਤਸ਼ਾਹ ਵਾਲੇ ਪਾਸੇ ਰੱਖਦੇ ਸਨ। ਇਸ ਥਲ ਆਵਹਿ ਸੀਸ ਨਿਵਾਵਹਿ। ਤੇ ਆ ਕਰਕੇ ਇੱਥੇ ਫਿਰ ਸ਼ੀਸ਼ ਨਵਾਉਂਦੇ ਆ। ਪੁਨ ਸਲਤਾ ਦਿਸ਼ ਮੁਖ ਕਰ ਜਾਵਹਿ। ਤੇ ਪੁਨः ਫਿਰ ਜਿਹੜਾ ਹੈ ਇਸੇ ਪ੍ਰਕਾਰ ਖਡੂਰ ਸਾਹਿਬ ਵਾਲੇ ਪਾਸੇ ਜਾਂਦੇ ਸਨ। ਨਿਤ ਪ੍ਰਤ ਕਰਹਿ ਇਸੀ ਵਿਦਕਾਰ। ਇਹੋ ਜਿਹਾ ਕਾਰਜ ਸ਼੍ਰੀ ਅਮਰਦਾਸ ਜੀ ਮਹਾਰਾਜ ਕਰਦੇ ਸੀ। ਮਹਾਰਾਜ ਵਾਸਤੇ ਜਲ ਦੀ ਸੇਵਾ ਬੜਾ ਲੰਮਾ ਸਮਾਂ ਕੀਤੀ ਹੈ। ਇਮ ਸੇਵਹਿ ਸ਼੍ਰੀ ਗੁਰ ਦਰਬਾਰ। ਗੁਰੂ ਦੇ ਦਰਬਾਰਾਂ ਦੀਆਂ ਸੇਵਾਵਾਂ ਕੀਤੀਆਂ ਸ਼੍ਰੀ ਅਮਰਦਾਸ ਜੀ ਨੇ। ਪਰਸ਼ੁਰਾਮ ਤਪ ਤਪੇ ਵਿਸਾਲਾ। ਆ ਜਿੰਨੇ ਪਰਸ਼ੁਰਾਮ ਤੋਂ ਆਦਿਕ ਬੜੇ ਵੱਡੇ ਵੱਡੇ ਤਪੇ ਹੋਏ ਹਨ। ਬਰਖ ਹਜ਼ਾਰਾਂ ਬਣ ਸਭ ਕਾਲਾ। ਜਿਨ੍ਹਾਂ ਨੇ ਜੰਗਲ ਦੇ ਵਿੱਚ ਹਜ਼ਾਰਾਂ ਵਰੇ ਤਪ ਕੀਤਾ ਸੀ, ਜਪ ਕੀਤਾ ਸੀ। ਪ੍ਰਤਾਪ ਕਲਾ ਵਿਸ਼ਨ ਕੀ ਚਾਰ। ਤੇ ਜਿਹੜੀ ਸੁੰਦਰ ਕਲਾ ਵਿਸ਼ਨੂੰ ਦੀਆਂ ਜਿਹੜੀਆਂ 4 ਕਲਾ ਪਰਸ਼ੁਰਾਮ ਜਿਹੜਾ ਸੀ ਖਾਲਸਾ ਜੀ ਵਿਸ਼ਨੂੰ ਤੋਂ 4 ਕਲਾ ਫਿਰ ਇਹਨੇ ਤਪ ਕਰ ਕਰਕੇ 4 ਕਲਾ ਲੈ ਲਈਆਂ ਸੀ। ਉਹਦੀ ਬਾਬਤ ਕਵੀ ਜੀ ਦੱਸ ਰਹੇ ਹਨ। ਭਇਓ ਨਾ ਤਉ ਵੱਡੋ ਅਵਤਾਰ। ਪਰ ਤਾਂ ਵੀ ਵੱਡਾ ਅਵਤਾਰ ਨਾ ਹੋ ਸਕਿਆ। ਸੇਵਾ ਕਰਕੇ ਤੇ ਤਪ ਕਰ ਕਰਕੇ ਪਰਸ਼ੁਰਾਮ ਨੂੰ ਕੇਵਲ ਤੇ ਕੇਵਲ ਵਿਸ਼ਨੂੰ ਤੋਂ 4 ਹੀ ਕਲਾ ਮਿਲੀਆਂ ਸਨ। ਇਨ੍ਹਾਂ ਇਕਾਦਸ਼ ਸੰਮਤ ਮਾਹੀ। ਪਰ ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ 11-12 ਵਰਿਆਂ ਦੇ ਵਿੱਚ ਸੇਵਾ ਕਰਕੇ ਸੇਵਾ ਕਰੀ ਰਿਝਾਏ ਤਾਹੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਅੰਗਦ ਪਾਤਸ਼ਾਹ ਮਹਾਰਾਜ ਨੂੰ ਇੰਨਾ ਖੁਸ਼ ਕਰ ਲੀਤਾ। ਪੂਰਨ ਭਏ ਪ੍ਰਭੂ ਅਵਤਾਰੇ। ਕਿ ਗੁਰੂ ਅੰਗਦ ਦੇਵ ਮਹਾਰਾਜ ਦਾ ਰੂਪ ਹੀ ਬਣ ਗਏ। ਭਾਵ ਕਿ ਇਹ ਜਿਹੜਾ ਪਰਸ਼ੁਰਾਮ ਸੀ ਨੇ ਤਾਂ ਤਪ ਕਰ ਕਰਕੇ 4 ਕਲਾਂ ਹੀ ਪ੍ਰਾਪਤ ਹੋਈਆਂ ਸੀ ਜੰਗਲ ਵਿੱਚ ਭਾਰੀ ਤਪ ਕਰਕੇ। ਪਰ ਸੇਵਾ ਵੱਡੀ ਹੈ। ਇਹ ਕਵੀ ਜੀ ਦਰਸਾ ਰਹੇ ਤਪ ਨਾਲੋਂ ਸੇਵਾ ਵੱਡੀ ਹੈ। ਹਜ਼ਾਰਾਂ ਸਾਲ ਤਪ ਕਰਨ ਤੋਂ ਬਾਅਦ 4 ਕਲਾਂ ਮਿਲੀਆਂ ਸੀ ਪਰਸ਼ੁਰਾਮ ਨੂੰ। ਪਰ ਵੇਖੋ 12 ਸਾਲ ਦੀ ਸੇਵਾ ਦੇ ਵਿੱਚ ਹੀ ਗੁਰੂ ਅਮਰਦਾਸ ਪਾਤਸ਼ਾਹ ਪਰਮੇਸ਼ਰ ਦਾ ਰੂਪ ਹੀ ਹੋ ਗਏ ਸਨ। ਪਰਸ਼ੁਰਾਮ ਪਰਮੇਸ਼ਰ ਨਹੀਂ ਸੀ ਬਣ ਸਕਿਆ। ਕੇਵਲ ਪਰਮੇਸ਼ਰ ਦੀਆਂ 4 ਕਲਾਂ ਪਾਸ ਸਨ। ਪਰ ਸੇਵਾ ਤਾਂ ਇਹ ਤਪ ਕਰਦਾ ਸੀ। ਇੱਧਰ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸੇਵਾ ਕੀਤੀ। ਸੇਵਾ ਖਾਲਸਾ ਜੀ ਤਪ ਤੋਂ ਕਿਤੇ ਵੱਡੀ ਹੈ। ਤੇ ਤਪ ਕਰਿਆ ਤਾਂ 4 ਕਲਾਂ ਮਿਲੀਆਂ ਪਰਸ਼ੁਰਾਮ ਨੂੰ। ਇੱਧਰ ਸੇਵਾ ਕਰਿਆ 12 ਵਰਿਆਂ ਦੇ ਵਿੱਚ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਇੰਨਾ ਰਿਝਾ ਲਿਆ, ਖੁਸ਼ ਕਰ ਲਿਆ ਅਮਰਦਾਸ ਪਾਤਸ਼ਾਹ ਨੇ। ਉਹਨਾਂ ਦਾ ਰੂਪ ਬਣ ਗਏ, ਪਰਮੇਸ਼ਰ ਹੀ ਠਹਿਰ ਗਏ ਸਨ। ਜਗ ਮਹਿਦਾਸ ਉਧਾਰ ਹਜ਼ਾਰੇ। ਬੜੇ ਸੇਵਕਾਂ ਸਿੱਖਾਂ ਦਾ ਕਵੀ ਜੀ ਕਹਿੰਦੇ ਫਿਰ ਅਮਰਦਾਸ ਸਤਿਗੁਰਾਂ ਨੇ ਉਧਾਰਾ ਕੀਤਾ ਹੈ। ਜਾਂ ਤੇ ਸਤਿਗੁਰ ਅਰ ਸਤ ਸੰਗ। ਇਸ ਕਰਕੇ ਭਾਈ ਜਿਹੜੀ ਸਤ ਸੰਗਤ ਤੇ ਸਤਿਗੁਰੂ ਪੂਰੇ ਤੇ ਸਤ ਸੰਗਤ ਹੈ। ਇਨ ਕੀ ਸੇਵਾ ਅਧਿਕ ਉਤੰਗ। ਜਿਹੜੀ ਇਹਨਾਂ ਦੀ ਸੇਵਾ ਹੈ ਵੱਡੀ ਹੈ ਸਾਰਿਆਂ ਦੇ ਨਾਲੋਂ। ਗੁਰਾਂ ਦੀ ਸੇਵਾ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਇਹ ਬੜੀ ਵੱਡੀ ਭਾਰੀ ਹੈ। ਬਰਖ ਹਜ਼ਾਰਾਂ ਤਪ ਜੇ ਕਾਲੇ। ਜੇ ਕੋਈ ਹਜ਼ਾਰਾਂ ਵਰੇ ਤਪ ਵੀ ਕਰਦਾ ਰਹੇ ਤਿਨ ਤੇ ਸੇਵਾ ਅਹਿ ਵਿਸਾਲੇ। ਸੇਵਾ ਕਵੀ ਜੀ ਕਹਿੰਦੇ ਵੱਡੀ ਹੈ। ਸੇਵਾ ਦੇ ਨਾਲ ਵੱਧ ਪਰਮੇਸ਼ਰ ਖੁਸ਼ ਹੁੰਦੇ ਹਨ। ਜਬ ਕਬ ਅਬ ਅਰ ਜਾਗੇ ਕੇਈ। ਜਬ ਜਦੋਂ ਕਦੋਂ ਵੀ ਕੋਈ ਜਿਹੜਾ ਵੇ ਉਹ ਜਾਗਰਤ ਅਵਸਥਾ ਵਿੱਚ ਹੁੰਦਾ ਹੈ। ਸੇਵ ਵਿਖੈ ਮਨ ਲਾਵਹਿ ਜੇਈ। ਭਾਵ ਕਵੀ ਜੀ ਕਹਿੰਦੇ ਜਦੋਂ ਵੀ ਜਾਗੇ ਕਦੋਂ ਵੀ ਆਪ ਹੋਣੇ ਚਾਹੇ ਔਰ ਅੱਗੇ ਵੀ ਕਦੇ ਵੀ ਖਾਲਸਾ ਜੀ ਕੋਈ ਵੀ ਚਾਹੇ ਪਹਿਲਾਂ ਕਵੀ ਜੀ ਕਹਿੰਦੇ ਹੁਣ ਵੀ ਤੇ ਅਗਾਂਹ ਵੀ ਜੁਗਾਂ ਤੱਕ ਜਿਹੜੀ ਸੇਵਾ ਹੈ
ਜਿਹੜੇ ਜਿਹੜੇ ਜੀਵ ਸੇਵਾ ਦੇ ਵਿੱਚ ਮਨ ਲਾਉਣਗੇ, ਮਨ ਲਾ ਕੇ ਸੇਵਾ ਕਰਨਗੇ, ਜਿਨ ਕੋ ਬਾਹਰ ਨ ਕਰੇ ਬੋ ਰਹਿਓ। ਤੇ ਉਹ ਜਿਹੜੇ ਕਰਨਗੇ ਸੇਵਾ ਅਗਾਂਹ ਹੁਣ ਹੋਵੇ ਚਾਹੇ ਪਿਛਲਾ ਸਮਾਂ ਹੋਵੇ, ਉਹਨਾਂ ਨੂੰ ਫਿਰ ਬਹੁਤ ਸਮੇਂ ਇਸ ਤੋਂ ਬਾਅਦ ਹੋਰ ਘਾਲਣ ਦੀ ਲੋੜ ਨਹੀਂ ਪਵੇਗੀ। ਜਿਹੜਾ ਸੇਵਾ ਕਰੇਗਾ ਹੋਰ ਜਾਪ ਤਪ ਕਰਨ ਦੀ, ਜਿਹੜੀ ਵੈ ਧੂਣੇ ਤਾ ਕੇ ਜਲ ਧਾਰੇ ਪੁੱਠੇ ਲਟਕਣ ਦੀ ਕੋਈ ਜ਼ਰੂਰਤ ਨਹੀਂ। ਸੇਵਾ ਐਡੀ ਵੱਡੀ ਹੈ। ਭੋਗ ਮੋਖ ਦੋਨਾਂ ਤੇ ਲਹਿਓ। ਨਾਲੇ ਤਾਂ ਜਿਹੜਾ ਸੇਵਾ ਕਰੇਗਾ, ਕਵੀ ਜੀ ਕਹਿੰਦੇ ਸੰਸਾਰ ਵਿੱਚ ਭੋਗ ਪਦਾਰਥ ਕਦੇ ਨਹੀਂ ਮੁੱਕਣਗੇ। ਦੁੱਧ ਪੁੱਤ ਮਾਇਆ ਧਾਇਆ ਹੋਰ ਜਿਹੜੀ ਸੰਪਤੀ ਇਹ ਵੀ ਨਹੀਂ ਮੁੱਕੇਗੀ ਸੇਵਾ ਦੇ ਨਾਲ। ਨਾਲ ਦੀ ਨਾਲ ਇਕੱਲਾ ਭੋਗ ਪਦਾਰਥ ਹੀ ਨਹੀਂ, ਨਾਲ ਹੋਰ ਵੀ ਬੜਾ ਕੁਝ ਮਿਲੇਗਾ। ਉਹ ਕੀ ਹੈ? ਜਿਹੜੀ ਸਾਰਿਆਂ ਤੋਂ ਸ੍ਰੇਸ਼ਟ ਕੀ ਹੈ? ਮੁਕਤੀ, ਜਿਹਨੂੰ ਸਾਰੇ ਹੀ ਲੋਚਦੇ ਆ। ਅੰਤਲੇ ਸਮੇਂ ਮੁਕਤੀ ਵੀ ਮਿਲੇਗੀ ਤੇ ਨਾਲ ਸੰਸਾਰ ਦਾ ਇਹ ਲੋਕ ਸੁਖੀ ਪਰਲੋਕ ਸੁਹੇਲੇ ਇਹ ਸੇਵਾ ਕਰਦੀ ਹੈ। ਸ੍ਰੀ ਗੁਰੂ ਅਮਰਦਾਸ ਕੇ ਭਰਾਤਾ। ਜਿਹੜੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਬਾਕੀ ਭਰਾਤਾ ਸਨ, ਆਇਓ ਰਾਮਾ ਤਹਾਂ ਜਮਾਤਾ। ਤੇ ਉਹ ਵੀ ਇੱਥੇ ਆ ਗਏ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਈਸ਼ਰ ਦਾਸ, ਇਸ ਤੋਂ ਇਲਾਵਾ ਤੋ ਕਲਿਆਣ ਦਾਸ, ਇਹ ਸਾਰੇ ਹੀ ਜਿਹੜੇ ਸਨ ਮਹਾਰਾਜ ਦੇ ਭਰਾਤਾ, ਇਹ ਵੀ ਇੱਥੇ ਆ ਗਏ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਵੱਡੇ ਪੁੱਤਰੀ ਗੁਰੂ ਅਮਰਦਾਸ ਮਹਾਰਾਜ ਦੀ ਬੀਬੀ ਦਾਨੀ ਜੀ ਸਨ। ਉਹ ਖਾਲਸਾ ਜੀ ਭਾਈ ਰਾਮਾ ਜੀ ਨੂੰ ਵਿਆਹੇ ਹੋਏ ਸੀ ਤੇ ਉਹ ਵੀ ਇੱਥੇ ਮਹਾਰਾਜ ਦੇ ਪਾਸ ਆ ਗਏ ਗੋਇੰਦਵਾਲ ਸਾਹਿਬ। ਜਿਤਕ ਭਤੀਜੇ ਸੋ ਸਭ ਆਏ। ਜਿੰਨੇ ਕੁ ਭਤੀਜੇ ਸੀ ਮਹਾਰਾਜ ਦੇ, ਭਾਈ ਗੁਰਦਾਸ ਜੀ ਜਿਹੜੇ ਸਨ ਖਾਲਸਾ ਜੀ, ਭਤੀਜੇ ਸੀਗੇ ਗੁਰੂ ਅਮਰਦਾਸ ਮਹਾਰਾਜ ਦੇ, ਜਿਨ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਪਾਸ ਰਹਿ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਣ ਸਮੇਂ ਲਿਖਾਰੀ ਲੱਗੇ। ਇਹ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਲੱਗਦੇ ਸਨ। ਇਤਿਹਾਸਕ ਹੋਰ ਵੀ ਜਿਹੜੇ ਮਹਾਰਾਜ ਦੇ ਭਤੀਜੇ ਸੀਗੇ ਉਹ ਸਾਰੇ ਇੱਥੇ ਆ ਗਏ ਸਨ ਗੋਇੰਦਵਾਲ ਸਾਹਿਬ। ਗੋਇੰਦਵਾਲ ਬਸੇ ਘਰ ਪਾਏ। ਇੱਥੇ ਘਰ ਪਾ ਲਏ ਨਾ, ਸਾਰੀ ਕੁੱਲ ਨੇ ਆ ਕੇ ਗੋਇੰਦਵਾਲ ਸਾਹਿਬ ਇਉਂ ਵਸਿਆ ਹੈ। ਇਤਿਆਦਿਕ ਸੰਬੰਧੀ ਸਾਰੇ। ਹੋਰ ਵੀ ਇਸ ਤੋਂ ਆਦਿਕ ਜਿੰਨੇ ਰਿਸ਼ਤੇਦਾਰ ਸੰਬੰਧੀ ਸੀ ਮਹਾਰਾਜ ਦੇ, ਆਏ ਬਸੇ ਗੁਰ ਨਿਕਟ ਸੁਖਾਰੇ। ਸਾਰੇ ਦੇ ਸਾਰੇ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਆ ਕੇ ਸੁਖਾਲੇ ਰਹਿਣ ਲੱਗੇ ਗੋਇੰਦਵਾਲ ਸਾਹਿਬ। ਪ੍ਰਾਪਤ ਸਰਬੋਤਮ ਵਡਿਆਈ। ਸਾਰਿਆਂ ਤੋਂ ਸ੍ਰੇਸ਼ਟ ਉੱਚੀ ਜਿਹੜੀ ਵਡਿਆਈ ਮਿਲਦੀ ਹੈ। ਮਾਨਵ ਮਨ ਹੈ ਮਾਨਵ ਬਹੁ ਸੁਖ ਪਾਈ। ਬੜੀ ਵਡਿਆਈ ਮਿਲੀ ਜਿਹੜੇ ਜਿਹੜੇ ਇੱਥੇ ਆਉਂਦੇ ਗੁਰੂ ਕੇ ਦਰ ਘਰੋਂ, ਬੜੇ ਸੁੱਖ ਮਿਲਦੇ ਜਿਹੜੇ ਗੋਇੰਦਵਾਲ ਸਾਹਿਬ ਆ ਕਰਕੇ ਵਸੇ। ਬਹੁਤ ਲੋਕ ਮੰਨਦੇ ਆ ਕਿ ਭਾਈ ਗੋਇੰਦਵਾਲ ਸਾਹਿਬ ਪਰਮੇਸ਼ਰ ਦਾ ਵਾਸਾ ਹੈ। ਜਿਹੜਾ ਜਿਹੜਾ ਇਹਨਾਂ ਇੱਥੇ ਵਾਸ ਕੀਤਾ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਸਭ ਲਾਇਕ ਸੰਬੰਧੀ ਜਾਣ। ਤੇ ਸਾਰਿਆਂ ਸੰਬੰਧੀਆਂ ਨੇ ਜਾਣਿਆ ਵੀ ਗੁਰੂ ਅਮਰਦਾਸ ਜੀ ਪਾਤਸ਼ਾਹ ਯੋਗ ਗੁਰੂ ਹਨ, ਸੱਚੇ ਪਾਤਸ਼ਾਹ ਜੀ। ਆਏ ਸਮੀਪ ਬਸੇ ਪੁਰਥਾਨ। ਤੇ ਉਹ ਸਾਡੀ ਰੱਖਿਆ ਕਰਨਗੇ। ਇਹ ਇੱਛਾ ਰੱਖ ਕੇ ਹੋਰ ਰਿਸ਼ਤੇਦਾਰ ਵੀ ਇੱਥੇ ਗੋਇੰਦਵਾਲ ਸਾਹਿਬ ਆਣ ਕੇ ਵਸਣ ਲੱਗੇ। ਜਿਵੇਂ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਦਾ ਪ੍ਰਤਾਪ ਵੱਧਦਾ ਗਿਆ, ਉਵੇਂ ਉਵੇਂ ਫਿਰ ਮਹਾਰਾਜ ਦੇ ਰਿਸ਼ਤੇਦਾਰ ਪਾਸੋਂ ਸਿੱਖ ਸੰਗਤਾਂ ਗੋਇੰਦਵਾਲ ਸਾਹਿਬ ਵਸਣ ਲੱਗੀਆਂ ਹਨ। ਸਤਿਗੁਰ ਦੇ ਕਰ ਧੀਰਜ ਸਭੈ। ਇਧਰ ਗੁਰੂ ਅਮਰਦਾਸ ਜੀ ਮਹਾਰਾਜ ਸਾਰੀਆਂ ਜਿਹੜੇ ਨਵੇਂ ਵਸਦੇ ਆ ਸਭ ਦਾ ਯੋਗ ਸਹਾਇਤਾ ਕਰਦੇ, ਧੀਰਜ ਦਿੰਦੇ ਹਨ। ਨਿਕਟ ਬਸਾਵਨ ਕੀਨੇ ਤਬੈ। ਸਾਰਿਆਂ ਨੂੰ ਮਹਾਰਾਜ ਨੇ ਆਪਦੇ ਲਾਗੇ ਇੱਥੇ ਗੋਇੰਦਵਾਲ ਸਾਹਿਬ, ਹੋਰ ਜਿਹੜਾ ਵਾ ਨਗਰ ਵੱਡਾ ਹੁੰਦਾ ਗਿਆ, ਸਿੱਖ ਵੱਧਦੇ ਵੱਧਦੇ ਹੁਣ ਅੱਜ ਵੇਖੋ ਖਾਲਸਾ ਦੀ ਕਿੱਡੀਆਂ ਚਹਿਲਾਂ ਪਹਿਲਾਂ, ਹੁਣ ਤਾਂ ਪੂਰਾ ਸ਼ਹਿਰ ਹੀ ਬਣਿਆ ਹੋਇਆ। ਇਹ ਪਾਵਨ ਸਥਾਨ ਜਿਹੜਾ ਗੋਇੰਦਵਾਲ ਸਾਹਿਬ ਦਾ, ਇਉਂ ਇਹ ਵਸਾਉਣਾ ਕੀਤਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ। ਇੱਥੇ ਜਿਵੇਂ ਪਹਿਲਾਂ ਪ੍ਰੇਤਾਂ ਦਾ ਵਾਸਾ ਰਿਹਾ, ਅਪਵਿੱਤਰ ਧਰਤੀ ਹੋਣ ਕਰਕੇ, ਪਰ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਸਦਕਾ ਇਹੋ ਜੀ ਪਵਿੱਤਰ ਹੋਈ ਖਾਲਸਾ ਜੀ। ਹੁਣ ਇੱਥੇ ਕਿਥੇ ਜਿਹੜੇ ਅਧੋਗਤੀ ਨੂੰ ਪ੍ਰਾਪਤ ਭੂਤ ਪ੍ਰੇਤਾਂ ਦਾ ਵਾਸਾ ਸੀ ਗੋਇੰਦਵਾਲ ਸਾਹਿਬ, ਤੇ ਅੱਜ ਹੁਣ ਚਾਹੇ ਕੋਈ ਆ ਮਨੁੱਖਾ ਦੇਹੀ ਵਿੱਚ ਹੀ ਭੂਤ ਪ੍ਰੇਤ ਬਣਿਆ ਫਿਰੇ ਨਾਮ ਤੋਂ ਹੀ ਨਾ, ਉਹ ਉੱਥੇ ਜਾ ਕਰਕੇ ਜਪਜੀ ਸਾਹਿਬ ਦੀ ਪਾਵਨ ਬਾਣੀ ਸਣ ਕੇਸੀ ਇਸ਼ਨਾਨ ਕਰਕੇ ਹਰੇਕ ਪੌੜੀ ਤੇ ਇੱਕ ਜਪਜੀ ਸਾਹਿਬ ਨਾਲ ਨਾਲ ਇਸ਼ਨਾਨ ਆਈ ਵਾਰੀ ਬੌਲੀ ਸਾਹਿਬ ਵਿੱਚ ਉਤਰ ਕੇ ਕਰੇ। 84 ਵਾਰ ਇਸ਼ਨਾਨ ਕਰੇ, 84 ਲੱਖ ਜੂਨੀ ਕੱਟੀ ਜਾਂਦੀ ਹੈ। ਇੱਕ ਪੌੜੀ ਤੇ 1 ਲੱਖ ਜੂਨੀ ਦਾ ਵਰਦਾਨ, 84 ਪੌੜੀਆਂ 84 ਲੱਖ ਜੂਨੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਵਾਗਾਉਣ ਮਿਟਾਇਆ। ਇਹ ਪਾਵਨ ਪਵਿੱਤਰ ਸਥਾਨ ਦੇ ਆਪ ਸਭ ਸੰਗਤਾਂ ਦਰਸ਼ਨ ਕਰਦੇ ਹੋ। ਇਸ ਤਰ੍ਹਾਂ ਇਹ ਗੋਇੰਦਵਾਲ ਸਾਹਿਬ ਜੀ ਦਾ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਮਿਲਣਾ ਅਤੇ ਸ੍ਰੀ ਗੁਰੂ ਖੇੜੇ ਦੇਵੀ ਗੁਣ ਸਨ, ਉਹਨਾਂ ਦਾ ਵਰਣਨ ਅੱਗੇ ਆਵੇਗਾ।
ਜਥਾ ਪ੍ਰਸੰਗ ਖਾਲਸਾ ਜੀ ਜਿਵੇਂ ਜਿਵੇਂ ਅੱਗੇ ਆਵੇਗਾ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸ਼ਰਵਣ ਕਰੋ। ਪਹਿਲੀ ਰਾਸ ਦੇ 19 ਅੰਸੂ ਜਿਹੜਾ ਅੱਜ ਇੱਥੇ ਸੰਪੂਰਨ ਹੋਇਆ ਹੈ। ਅਗਲੀ ਕਥਾ ਅਗਲੇ ਦੀਵਾਨ ਵਿੱਚ ਵਿਚਾਰਾਂਗੇ। ਬੁੱਧੀ ਤੁੱਛ ਹੈ ਹੋਈਆਂ ਭੁੱਲਾਂ ਦੀ ਖਿਮਾ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਸਭ ਸੰਗਤਾਂ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਭ ਲਾਇ ਕਸਨ ਬੰਧੀ ਜਾਨ, ਆਏ ਸਮੀਪ ਬਸੇ ਪੁਰ ਥਾਨ। ਸਤਿਗੁਰ ਦੇ ਕਰ ਧੀਰਜ ਸਬੈ, ਨਿਕਟ ਬਸਾਵਨ ਕੀਨੇ ਤਬੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਘਨਾਸੀ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਾ ਹੀਐ ਪਰੋਇ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ, ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ, ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।